ਹੈਲੋ, ਵੈਲਕਮ ਆ ਤੁਹਾਡਾ ਸਾਡੇ YouTube ਚੈਨਲ 'ਤੇ। ਅੱਜ ਜਿਹੜਾ ਆਪਾਂ ਟੌਪਿਕ ਕਰਨ ਲੱਗੇ ਹਾਂ ਉਹ ਹੈਗਾ ਇੰਡਸ ਵੈਲੀ ਸਿਵਲਾਈਜੇਸ਼ਨ। ਇਹਦੇ ਵਿੱਚ ਅੱਜ ਆਪਾਂ ਜਿਹੜਾ ਥਿਊਰੀ ਪਾਰਟ ਹੈ ਉਹ ਕਵਰ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਸ ਟੌਪਿਕ ਦੇ ਨਾਲ ਰਿਲੇਟਡ ਜਿਹੜੇ MCQ ਹੈ ਉਹ ਕਰਵਾਏ ਜਾਣਗੇ। ਜੇ ਤੁਸੀਂ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਜ਼ਰੂਰ ਸਪੋਰਟ ਕਰੋ। ਅਸੀਂ ਤੁਹਾਡੇ ਲਈ ਡੇਲੀ GK ਦੀਆਂ ਕਲਾਸਿਸ, ਮੈਥ ਦੀਆਂ, ਰੀਡਿੰਗ ਦੀਆਂ ਕਲਾਸਿਸ ਵੀ ਲੈ ਕੇ ਆਵਾਂਗੇ। ਤਾਂ ਹਾਲੇ ਤੱਕ ਤੁਹਾਨੂੰ ਆਪਾਂ GK ਦੇ ਜਿਹੜੇ ਪਾਰਟ ਆ ਮੇਨ ਉਹ ਕਵਰ ਕਰਵਾ ਰਹੇ ਹਾਂ। ਹੁਣ ਲਗਾਤਾਰ ਤੁਹਾਨੂੰ ਇੰਡੀਅਨ ਹਿਸਟਰੀ ਬਾਰੇ ਸਾਰਾ ਉਹ ਕਰਵਾਉਂਦੇ ਰਹਾਂਗੇ। ਤਾਂ ਤੁਸੀਂ ਜੁੜੇ ਰਹਿਣਾ, ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਅੱਗੇ ਵੀ ਪੇਪਰਾਂ ਦੀ ਤਿਆਰੀ ਲਈ ਜਿਹੜੇ ਬੱਚੇ ਨੇ ਉਹਨਾਂ ਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਪੜ੍ਹਾਈ ਕਰ ਸਕਣ। ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ ਆਪਣਾ ਇੰਡਸ ਵੈਲੀ ਸਿਵਲਾਈਜੇਸ਼ਨ। ਇਹਦੇ ਵਿੱਚ ਆਪਾਂ ਸਿਰਫ ਥਿਊਰੀ ਪਾਰਟ ਕੰਪਲੀਟ ਕਰਾਂਗੇ ਅਤੇ ਨਾਲ ਮੈਂ ਤੁਹਾਨੂੰ ਦੱਸੀ ਜਾਊਂਗਾ ਇਹਦੇ ਵਿੱਚੋਂ ਕਿਹੜੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਆ। ਇਹ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਇਹ ਬਰਾਊਨ ਏਜ ਨੂੰ, ਜਿਹੜੀ ਬਰਾਊਨ ਏਜ ਹੈ ਉਹਦੇ ਨਾਲ ਸੰਬੰਧਿਤ ਹੈ, ਜਾਣੀ ਕਿ ਬਰਾਊਨ ਏਜ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਬਰਾਊਨ ਏਜ ਦੇ ਨਾਲ ਇਹ ਸੰਬੰਧਿਤ ਹੈ। ਬਰਾਊਨ ਏਜ ਅਤੇ ਇਹਦਾ ਈਅਰ ਪੁੱਛਿਆ ਜਾਵੇ ਤਾਂ ਕਿਹੜੇ ਈਅਰ ਤੋਂ ਕਿਹੜੀ ਈਅਰ? ਇਹ 2500 BC ਤੋਂ ਲੈ ਕੇ 1750 BC, ਜਾਣੀ ਕਿ 2500 BC ਤੋਂ ਲੈ ਕੇ 1750 BC ਜਿਹੜਾ ਇਹਦਾ ਸਾਲ ਹੈ, ਜਾਣੀ ਕਿ 2500 BC ਤੋਂ ਲੈ ਕੇ 1750 BC ਤੱਕ ਇਹ ਰਹੀ ਹੈ। ਠੀਕ ਹੈ, ਇਹ ਕਾਫੀ ਬੁੱਕਸ 'ਤੇ ਅਲੱਗ-ਅਲੱਗ ਵੀ ਹੋ ਸਕਦਾ। ਵੈਸੇ ਉਹ ਜਿਹੜਾ ਮੰਨਿਆ ਜਾਂਦਾ ਉਹ ਇਹ ਮੰਨਿਆ ਜਾਂਦਾ ਪੇਪਰ ਤੁਹਾਨੂੰ ਥੋੜ੍ਹਾ ਬਹੁਤ ਉੱਪਰ ਨੀਚੇ ਆ ਸਕਦਾ, ਤਾਂ ਤੁਸੀਂ ਉਹ ਟਿਕ ਕਰਨਾ। ਅਤੇ ਦੂਸਰਾ ਇਹਦੇ 'ਚ ਹੈਗਾ ਕਿ ਸਭ ਤੋਂ ਪਹਿਲੀ ਜਿਹੜੀ ਖੋਜ ਹੋਈ ਸੀਗੀ ਉਹ ਕਿੱਥੇ ਹੋਈ ਸੀਗੀ? ਇਹਦੀ ਸਭ ਤੋਂ ਪਹਿਲੀ ਖੋਜ ਜਿਹੜੀ ਹੋਈ ਸੀ 1921 ਦੇ ਵਿੱਚ ਹੜੱਪਾ ਦੇ ਵਿੱਚ ਹੋਈ ਸੀਗੀ। ਤਾਂ ਹੀ ਇਹਦਾ ਜਿਹੜਾ ਨਾਮ ਉਹ ਪਿਆ ਸੀਗਾ ਹੜੱਪਾ ਸਿਵਲਾਈਜੇਸ਼ਨ। ਠੀਕ ਹੈ, 19 ਯਾਦ ਰੱਖਣਾ ਤੁਸੀਂ, ਕਈ ਵਾਰੀ ਪੇਪਰ ਈਅਰ ਵੀ ਪੁੱਛ ਲੈਂਦਾ ਕਿਹੜੀ ਈਅਰ 'ਚ। ਅਤੇ ਸਭ ਤੋਂ ਪਹਿਲਾਂ ਕਿੱਥੇ ਹੋਈ ਸੀਗੀ? ਹੜੱਪਾ ਦੇ ਵਿੱਚ। ਫਸਟ ਡਿਸਕਵਰਡ ਬਾਏ, ਕਿਹਨੇ ਡਿਸਕਵਰ ਕੀਤੀ ਸੀ? ਦਯਾਰਾਮ ਸਾਹਨੀ ਨੇ। ਪਹਿਲੀ ਵਾਰ ਕਿਹਨੇ ਡਿਸਕਵਰ ਕੀਤੀ ਸੀ? ਦਯਾਰਾਮ ਸਾਹਨੀ ਨੇ 1921 ਦੇ ਵਿੱਚ। ਠੀਕ ਹੈ, ਹੜੱਪਾ ਦੇ ਥਾਂ ਦੇ ਉੱਤੇ। ਅਤੇ ਜਿਹੜੀ ਸੈਕਿੰਡ ਡਿਸਕਵਰ ਕੀਤੀ ਸੀ 1922 ਦੇ ਵਿੱਚ। 1922 ਦੇ ਵਿੱਚ ਮੋਹਨਜੋਦੜੋ। ਠੀਕ ਹੈ, ਇਹਨੂੰ ਆਪਾਂ ਹੋਰ ਕੀ ਕਹਿੰਦੇ ਹਾਂ? ਮਾਊਂਟ ਆਫ ਦਾ ਡੈਡ, ਮ੍ਰਿਤਕਾਂ ਦਾ ਟਿੱਲਾ। ਮ੍ਰਿਤਕਾਂ ਦਾ ਟਿੱਲਾ ਵੀ ਇਹਨੂੰ ਕਿਹਾ ਜਾਂਦਾ ਹੈ। ਸੈਕਿੰਡ ਕਿਹਨੇ ਖੋਜ ਕੀਤੀ ਸੀ? RD ਬੈਨਰਜੀ ਨੇ। RD ਬੈਨਰਜੀ, ਤੁਸੀਂ ਯਾਦ ਰੱਖਣਾ, ਪੇਪਰਾਂ ਦੇ ਵਿੱਚ ਇਸ ਤੋਂ ਕੁਐਸਚਨ ਜ਼ਰੂਰ ਆ ਜਾਂਦੇ। ਠੀਕ ਹੈ, ਚਲੋ ਆਪਾਂ ਨੈਕਸਟ ਗੱਲ ਕਰਦੇ ਹਾਂ। ਇਹਦਾ ਜਿਹੜਾ ਨਾਮ ਪਿਆ ਇਹ ਜੌਨ ਮਾਰਸ਼ਲ ਸੀਗਾ ਜਿਹੜਾ। ਠੀਕ ਹੈ, ਉਹਨੇ ਇਹਦਾ ਨਾਂ ਦਿੱਤਾ ਗਾ। ਕਿਉਂ ਨਾਂ ਦਿੱਤਾ ਇਹਦਾ? ਕਿਉਂਕਿ ਇਹ ਇੰਡਸ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਸੀਗਾ। ਠੀਕ ਹੈ, ਇੰਡਸ ਨਦੀ ਦੇ ਕੰਢੇ 'ਤੇ ਵਸਣ ਕਰਕੇ ਇਹਦਾ ਨਾਂ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਜਿਹੜਾ ਉਹ ਪਿਆ ਗਾ। ਠੀਕ ਹੈ, ਇੰਡਸ ਵੈਲੀ ਸਿਵਲਾਈਜੇਸ਼ਨ। ਅਤੇ ਜਿਹੜੀਆਂ ਇਹਦੀਆਂ ਸਾਈਟਸ ਨੇ ਉਹ ਡਿਫਰੈਂਟ ਥਾਵਾਂ ਤੋਂ ਡਿਸਕਵਰ ਹੋਈਆਂ ਨੇ। ਅਲੱਗ-ਅਲੱਗ ਥਾਵਾਂ ਦੇ ਉੱਤੋਂ ਜਿਹੜੀਆਂ ਸਾਈਟਸ ਥਾਵਾਂ ਨੇ ਅਤੇ ਜਿੱਥੋਂ ਇਹ ਖੋਜ ਕੀਤੀ ਹੈ ਜਿਨ੍ਹਾਂ ਦੀ। ਇੱਕ ਸੁਰਤਗਾਈ, ਸੁਰਤਗਾਲ ਇਹ ਕਿੱਥੇ? ਅਫਗਾਨਿਸਤਾਨ ਦੇ ਵਿੱਚ। ਸੁਰਤਗਾਲ ਕਿੱਥੇ ਆ? ਅਫਗਾਨਿਸਤਾਨ ਦੇ ਵਿੱਚ। ਇੱਕ ਜਿਹੜੀ ਸੈਕਿੰਡ ਸਾਈਟ ਹੈਗੀ ਆ ਸੁਤਕੰਦੌਰ। ਸੁਤਕੰਦੌਰ ਕਿੱਥੇ ਆ? ਵੈਸਟਰਨ ਸਾਈਟ ਆਫ ਮਕਰਨ ਕੋਸਟ, ਮਕਰਨ ਕੋਸਟ ਦੇ ਵੈਸਟਰਨ ਦੇ ਵਿੱਚ ਹੈ। ਠੀਕ ਹੈ, ਇਸ ਤੋਂ ਅਗਲਾ ਆਲਮਗੀਰਪੁਰ। ਆਲਮਗੀਰਪੁਰ ਕਿੱਥੇ ਹੈ? ਆਲਮਗੀਰਪੁਰ ਆਪਣਾ ਹੈਗਾ ਯੂਪੀ ਦੇ ਵਿੱਚ। ਆਲਮਗੀਰਪੁਰ ਯੂਪੀ, ਜਾਣੀ ਕਿ ਉੱਤਰ ਪ੍ਰਦੇਸ਼ ਦੇ ਵਿੱਚ। ਪੇਪਰਾਂ ਵਿੱਚ ਇਹ ਕੁਐਸਚਨ ਸਿੱਧੂ ਸਿੱਧੀ ਆ ਜਾਂਦਾ ਕਿ ਆਲਮਗੀਰਪੁਰ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਾਈਟ ਹੈ ਇਹ ਕਿੱਥੇ ਹੈ, ਕਿਹੜੀ ਸਟੇਟ ਦੇ ਵਿੱਚ ਹੈ, ਕਿਹੜੇ ਦੇਸ਼ ਦੇ ਵਿੱਚ ਹੈ। ਇੱਦਾਂ ਦਾ ਡਿਫਰੈਂਟ ਟਾਈਪ ਦੇ ਕੁਐਸਚਨ ਆ ਜਾਂਦੇ, ਤੁਸੀਂ ਚੰਗੀ ਤਰ੍ਹਾਂ ਕਰ ਲੈਣੇ। ਅਤੇ ਜਿਹੜੇ ਪੰਜਾਬ ਦੇ ਪੇਪਰਾਂ ਦੇ ਵਿੱਚ ਖਾਸ ਕਰ ਕਾਫੀ ਵਾਰੀ ਕੁਐਸਚਨ ਆਇਆ ਗਾ ਕਿ ਪੰਜਾਬ ਦੇ ਵਿੱਚ ਰੋਪੜ ਦੇ ਥਾਂ 'ਤੇ ਹੈ। ਠੀਕ ਹੈ, ਇੱਕ ਸੰਘੋਲ ਵੀ ਹੈ ਪੰਜਾਬ ਦੇ ਵਿੱਚ। ਸੰਘੋਲ ਹੈ ਉਹ ਜਿਹੜੀ ਹੈਗੀ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ। ਠੀਕ ਹੈ, ਉਹ ਤੁਸੀਂ ਯਾਦ ਰੱਖਣਾ, ਉਹ ਵੀ ਪੇਪਰ 'ਚ ਬਹੁਤ ਵਾਰ ਕੁਐਸਚਨ ਆ ਜਾਂਦਾ। ਠੀਕ ਹੈ, ਇਸ ਤੋਂ ਅੱਗੇ ਹੈਗਾ ਨੌਰਦਰਨ ਸਾਈਡ। ਨੌਰਦਰਨ ਸਾਈਡ ਕਿੱਥੇ ਹੈ? ਮਾਂਡਾ ਦੇ ਵਿੱਚ। ਇਹਨੇ ਜੰਮੂ ਚਨਾਬ ਰਿਵਰ ਦੇ ਉੱਪਰ, ਜੰਮੂ ਦੇ ਵਿੱਚ ਹੈ ਨੌਰਦਰਨ ਸਾਈਡ ਮਾਂਡਾ, ਇਹ ਤੁਸੀਂ ਯਾਦ ਰੱਖਣਾ। ਸਾਊਦਰਨ ਦੇ ਵਿੱਚ, ਸਾਊਥ ਦੇ ਵਿੱਚ ਕਿਹੜੀ ਹੈ? ਦੀਮਾਬੰਦ ਸਾਈਡ ਹੈ ਸਾਊਦਰਨ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ। ਠੀਕ ਹੈ, ਪੁੱਛਿਆ ਜਾਂਦਾ ਕਿ ਸਾਊਥ ਦੀ ਕਿਹੜੀ ਸਾਈਡ ਹੈ, ਨਾਰਥ ਦੀ ਕਿਹੜੀ ਹੈ, ਈਸਟ ਦੀ ਕਿਹੜੀ, ਇੱਦਾਂ ਦਾ ਕੁਐਸਚਨ ਆ ਜਾਂਦੇ। ਤੁਸੀਂ ਯਾਦ ਰੱਖਣਾ ਸਾਊਥ ਦੇ ਵਿੱਚ ਹੈਗਾ ਦੀਮਾਬੰਦ, ਮਹਾਰਾਸ਼ਟਰ ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਕਿ ਕਿਹੜੀ ਸਾਈਟ ਹੈ, ਕਿਹੜੀ ਨਦੀ ਦੇ ਕੰਢੇ 'ਤੇ ਅਤੇ ਜਿਹਨੇ ਇਹਦੀ ਖੋਜ ਕੀਤੀ ਸੀ ਅਤੇ ਕਦੋਂ ਖੋਜ ਕੀਤੀ ਅਤੇ ਕਿੱਥੇ ਕਿੱਥੇ ਉਹ ਸਾਈਟ ਹੈ ਜਿਹੜੀ ਉਹ ਹੈਗੀ ਹੈ। ਠੀਕ ਹੈ, ਅਤੇ ਪਹਿਲੀ ਸਾਈਟ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਹੜੱਪਾ ਸਾਈਟ ਹੈ ਜਿਹੜੀ ਉਹ ਰੀਵਰ ਰਾਵੀ ਦੇ ਉੱਪਰ ਵਸੀ ਹੈ। ਪੇਪਰ 'ਚ ਵੀ ਬਹੁਤ ਵਾਰ ਕੁਐਸਚਨ ਆ ਜਾਂਦਾ ਕਿ ਹੜੱਪਾ ਨਦੀ ਉਹ ਜਿਹੜੀ ਕਿੱਥੇ ਵਸੀ ਹੈ? ਰਾਵੀ 'ਤੇ। ਠੀਕ ਹੈ, ਇਹ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ। ਠੀਕ ਹੈ, ਇਹ ਕਿਹਨੇ ਖੋਜ ਕੀਤੀ ਸੀ? ਦਯਾਰਾਮ ਸਾਹਨੀ ਨੇ 1921 ਵਿੱਚ। ਫਸਟ ਸਾਈਟ ਹੈ, ਪਹਿਲੀ ਸਾਈਟ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਅਤੇ ਜਿਹੜੀ ਦੂਸਰੀ ਹੈ ਉਹ ਹੈਗੀ ਮੋਹਨਜੋਦੜੋ ਕਿੱਥੇ? ਇੰਡਸ ਨਦੀ ਦੇ ਕੰਢੇ 'ਤੇ। ਠੀਕ ਹੈ, ਇਹ ਕਿੱਥੇ? ਵੀ ਪਾਕਿਸਤਾਨ ਦੇ ਵਿੱਚ। ਇਹਦੀ ਖੋਜ ਕਿਹਨੇ ਕੀਤੀ ਸੀ? RD ਬੈਨਰਜੀ ਨੇ। ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਠੀਕ ਹੈ, ਇੱਕ ਸਾਈਟ ਹੈਗੀ ਲੋਥਲ ਵੀ ਬਹੁਤ ਮਸ਼ਹੂਰ ਸਾਈਟ। ਇਹ ਕਿੱਥੇ? ਲੋਥਲ ਗੁਜਰਾਤ ਦੇ ਵਿੱਚ। ਠੀਕ ਹੈ, ਤੁਸੀਂ ਧਿਆਨ ਰੱਖਣਾ, ਲੋਥਲ ਕਿੱਥੇ? ਗੁਜਰਾਤ ਦੇ ਵਿੱਚ। ਅਤੇ ਇੱਕ ਹੈਗੀ ਕਾਲੀਬੰਗਾ ਕਿੱਥੇ? ਕਾਲੀਬੰਗਾ ਰਾਜਸਥਾਨ ਦੇ ਵਿੱਚ। ਬਣਾਵਾਲੀ ਸਾਈਟ ਹਰਿਆਣੇ ਦੇ ਵਿੱਚ। ਧੌਲਾਵੀਰਾ ਕਿੱਥੇ? ਗੁਜਰਾਤ ਦੇ ਵਿੱਚ।
ਇਹ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਕਾਲੀਬੰਗਾ ਰਾਜਸਥਾਨ, ਬਣਾਵਾਲੀ ਹਰਿਆਣਾ, ਧੌਲਾਵੀਰਾ ਗੁਜਰਾਤ ਦੇ ਵਿੱਚ ਪੇਪਰ 'ਚ ਬਹੁਤ ਵਾਰੀ ਕੁਐਸਚਨ ਆਏ ਹੋਏ ਨੇ। ਜਿਹੜੀਆਂ ਸਾਈਟਸ ਨੇ ਇਹਨਾਂ ਦੇ ਕੁਛ ਫੀਚਰ ਨੇ, ਜਾਣੀ ਕਿ ਇਹਨਾਂ ਦੇ ਵਿੱਚ ਕੋਈ ਨਵੀਂ ਚੀਜ਼ ਕਿਹੜੀ ਹੈ, ਜਾਣੀ ਕਿ ਤਾਂ ਮਹਿਜੋਦੜੋ ਦੇ ਵਿੱਚ ਕੀ ਖਾਸੀਅਤ ਹੈ ਮਹਿਜੋਦੜੋ ਦੀ? ਲਾਰਜੈਸਟ ਸਾਈਟ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਦੀ। ਠੀਕ ਹੈ, ਮਹਿਜੋਦੜੋ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ, ਜਾਣੀ ਕਿ ਕੋਈ ਭਾਵੇਂ ਬਾਹਰ ਹੈ ਭਾਵੇਂ ਇੰਡੀਆ ਦੇ ਵਿੱਚ ਹੈ, ਉਹਦੀ ਸਭ ਤੋਂ ਵੱਡੀ ਸਾਈਟ ਹੈਗੀ ਹੈ ਮਹਿਜੋਦੜੋ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇਕੱਲੀ ਇੰਡੀਆ ਦੇ ਵਿੱਚ ਵੱਡੀ ਕਿਹੜੀ ਹੈ, ਤਾਂ ਇੰਡੀਆ ਦੇ ਵਿੱਚ ਹੈਗੀ ਹੈ ਰਾਖੀਗੜ੍ਹੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਇੰਡੀਆ ਦੇ ਵਿੱਚ ਕਿਹੜੀ ਹੈ ਰਾਖੀਗੜ੍ਹੀ। ਅਤੇ ਇਸ ਤੋਂ ਅੱਗੇ ਆ ਗਿਆ ਸੁਰਕੋਟਾਂਦਾ। ਸੁਰਕੋਟਾਂਦਾ ਇਹ ਕਿੱਥੇ ਹੈ? ਇੱਥੇ ਆਪਾਂ ਨੂੰ ਕੀ ਮਿਲਿਆ ਸੀਗਾ? ਇਹਦੇ ਮਿਲੇ ਸੀ ਆਪਾਂ ਨੂੰ ਰਿਮੇਨਸ। ਕਿਹਦੇ ਰਿਮੇਨਸ ਮਿਲੇ ਸੀ? ਹਾਰਸ ਦੇ, ਜਾਣੀ ਕਿ ਘੋੜੇ ਦੇ ਕੁਝ ਅੰਗ ਪੈਰ ਜਾਂ ਕੁਛ ਉੱਥੋਂ ਖੋਜ ਹੋਈ ਸੀ, ਜਿਹੜੀ ਕੋਈ ਚੀਜ਼ ਮਿਲੀ ਆ ਘੋੜੇ ਦੀ, ਉਹ ਇੱਥੋਂ ਮਿਲੀ ਸੀਗੀ। ਮਹਿਜੋਦੜੋ ਤੋਂ ਆਪਾਂ ਨੂੰ ਕੀ ਮਿਲੇਗਾ? ਮਹਿਜੋਦੜੋ 'ਚ ਗ੍ਰੇਟ ਬਾਥ, ਵੱਡਾ ਬਾਥਰੂਮ ਮਿਲਿਆ ਬਹੁਤ ਵੱਡਾ, ਜਿੱਥੇ ਪਬਲਿਕ ਤੌਰ 'ਤੇ ਨਹਾਇਆ ਜਾਂਦਾ ਸੀਗਾ। ਕਲੇ ਫਿਗਰ ਆਫ ਮਦਰ ਗੋਡਨੈਸ ਜਿਹਦੀ ਪੂਜਾ ਕਰਦੇ ਸੀਗੇ, ਉਹਦਾ ਫਿਗਰ ਮਿਲਿਆ ਮਿੱਟੀ ਦਾ ਬਣਿਆ ਹੋਇਆ। ਠੀਕ ਹੈ, ਗ੍ਰੇਟ ਗ੍ਰੈਨਰੀ, ਵੱਡਾ ਉੱਥੇ ਬਣਿਆ ਹੋਇਆ, ਮਤਲਬ ਅਨਾਜ ਨੂੰ ਸਟੋਰ ਕਰਨ ਵਾਸਤੇ ਗ੍ਰੈਨਰੀ ਬਣੀ ਹੋਈ ਸੀਗੀ, ਉਹ ਉੱਥੋਂ ਮਿਲੀ ਆ। ਪੇਪਰ 'ਚ ਕੁਛ ਨਾ ਆਉਂਦਾ ਵੀ ਆਹ ਫਲਾਣੀ ਚੀਜ਼ ਕਿੱਥੋਂ ਮਿਲੀ, ਆਹ ਕਿੱਥੋਂ ਮਿਲੀ। ਠੀਕ ਹੈ, ਮਹਿਜੋਦੜੋ ਦੇ ਵਿੱਚ ਇਹਨਾਂ 'ਚੋਂ ਤੁਹਾਨੂੰ ਦਿੱਤਾ ਹੋ ਸਕਦਾ ਵੀ ਕੀ ਕਿਹੜੀ ਚੀਜ਼ ਮਿਲੀ ਹੈ, ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਅਤੇ ਇੱਕ ਹੜੱਪਾ ਦੇ ਵਿੱਚੋਂ ਆਪਾਂ ਨੂੰ ਕੀ ਮਿਲਿਆ ਸੀ? ਇੱਥੋਂ ਵੀ ਗ੍ਰੈਨਰੀ ਮਿਲੀ ਸੀ, ਵੱਡੀ ਗ੍ਰੈਨਰੀ ਮਿਲੀ ਹੈ। R37 ਦੇ ਵਿੱਚ R37 ਸਮਿਟਰੀ ਮਿਲੀ ਹੈ ਕਿ ਆਪਾਂ ਨੂੰ ਹੜੱਪਾ ਦੇ ਵਿੱਚੋਂ R37 ਸਮਿਟਰੀ। ਅਤੇ ਜਿਹੜਾ ਆਪਣਾ ਆਹ ਮਹਿਜੋਦੜੋ ਦੇ ਵਿੱਚ ਸਬਜ਼ੀ ਪੁੱਛਿਆ ਜਾਂਦਾ, ਪੇਪਰ 'ਚ ਕਾਫੀ ਵਾਰ ਕੁਐਸਚਨ ਆਉਂਦਾ ਕਿ ਸਭ ਤੋਂ ਵੱਡੀ ਮਹਿਜੋਦੜੋ ਦੇ ਵਿੱਚੋਂ ਕਿਹੜੀ ਹੈ। ਉਸ ਕਈ ਬੱਚੇ ਹੁਣ ਇਹਦਾ ਇਹ ਲਾ ਲੈਂਦੇ ਗ੍ਰੇਟ ਬਾਥ ਨਹੀਂ ਆਊਗਾ, ਤਾਂ ਗ੍ਰੇਟ ਗ੍ਰੈਨਰੀਜ਼ ਆਊਗਾ। ਸਭ ਤੋਂ ਵੱਡੀ ਬਿਲਡਿੰਗ ਪੁੱਛਿਆ ਜਾਵੇ ਤਾਂ ਗ੍ਰੇਟ ਗ੍ਰੈਨਰੀਜ਼ ਆਉਂਦਾ। ਠੀਕ ਹੈ, ਤੁਸੀਂ ਧਿਆਨ ਰੱਖਣਾ, ਪੇਪਰ 'ਚ ਬਹੁਤ ਵਾਰ ਕੁਐਸਚਨ ਨਹੀਂ ਆ ਜਾਂਦਾ। ਚੰਦੋੜੋ ਦੇ ਵਿੱਚ ਕੀ ਮਿਲਿਆ ਆਪਾਂ ਨੂੰ? ਓਨਲੀ ਸਿਟੀ ਵਿਦਾਊਟ ਸੀਟਾਡਲਸ। ਇਹੋ ਜਿਹੀ ਸਿਟੀ ਹੈ ਜਿਹੜੀ ਵਿਦਾਊਟ ਸੀਟਾਡਲ ਦੇ ਵਿੱਚ, ਹੋਰ ਸਾਰੀਆਂ ਸਿਟੀਜ਼ ਦੇ ਵਿੱਚ ਸੀਟਾਡਲ ਹੈਗਾ ਸੀਗਾ, ਇਹਦੇ ਵਿੱਚ ਵਿਦਾਊਟ ਸੀਟਾਡਲ ਕਿਹੜੀ ਸਿਟੀ ਹੈ? ਉਹ ਚੰਦੋੜੋ ਹੈ। ਤੇ ਤੁਸੀਂ ਧਿਆਨ ਰੱਖਣਾ। ਕਾਲੀਬੰਗਾ ਤੋਂ ਆਪਾਂ ਨੂੰ ਕੀ ਮਿਲਿਆ? ਕਾਲੀਬੰਗਾ ਨੂੰ ਪਲਗੜ ਖੇਤ, ਵਾਹੇ ਹੋਏ ਖੇਤ ਮਿਲਣੇ ਆਪਾਂ ਨੂੰ। ਬੈਂਗਲਸ ਦੀ ਫੈਕਟਰੀ ਮਿਲੀ ਹੈ, ਜਾਣੀ ਕਿ ਚੂੜੀਆਂ ਦੀ ਫੈਕਟਰੀ ਉੱਥੋਂ ਮਿਲੀ ਹੈ। ਇਹ ਤੁਸੀਂ ਨਾਮ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਜੇ ਪੇਪਰ 'ਚ ਕੁਐਸਚਨ ਆਉਂਦਾ। ਕਾਲੀਬੰਗਾ ਦਾ ਮਤਲਬ ਹੁੰਦਾ ਚੂੜੀਆਂ, ਬੈਂਗਲ ਫੈਕਟਰੀ। ਜੇ ਤੁਹਾਨੂੰ ਪੇਪਰ 'ਚ ਆਉਂਦਾ ਤੁਸੀਂ ਐਵੇਂ ਟ੍ਰਿਕ ਦੇ ਨਾਲ ਇਹਨੂੰ ਯਾਦ ਕਰ ਸਕਦੇ ਹੋ। ਲੋਥਲ ਜਿਹੜੀ ਸਾਈਡ ਗੁਜਰਾਤ ਦੇ ਵਿੱਚ ਹੈ। ਠੀਕ ਹੈ, ਉੱਥੋਂ ਕੀ ਮਿਲਿਆ ਆਪਾਂ ਨੂੰ? ਰਾਈਸ ਦੇ ਹਸਕ ਮਿਲਿਆ। ਠੀਕ ਹੈ, ਮੈਨਚੈਸਟਰ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਮੈਨਚੈਸਟਰ ਇਹਨੂੰ ਕਿਹਾ ਜਾਂਦਾ ਹੈ। ਠੀਕ ਹੈ, ਆਰਟੀਫਿਸ਼ਲ ਡੋਂਕੀ ਯਾਰਡ ਮਿਲਿਆ ਆਪਾਂ ਨੂੰ ਇੱਥੇ। ਪੁੱਛਿਆ ਆਰਟੀਫਿਸ਼ਲ ਡੋਂਕੀ ਯਾਰਡ ਕਿੱਥੇ ਹੈ? ਤਾਂ ਲੋਥਲ ਦੇ ਵਿੱਚ ਹੈ। ਅਤੇ ਇੱਕ ਹੋਰ ਤੁਸੀਂ ਇਹ 'ਚ ਧਿਆਨ ਰੱਖਣਾ, ਇੱਕ ਪੋਰਟ ਪੁੱਛਿਆ ਜਾਂਦਾ, ਪੋਰਟ ਇੱਥੇ ਹੀ ਹੈ। ਠੀਕ ਹੈ, ਲੋਥਲ ਦੇ ਵਿੱਚ ਸੀਗਾ। ਇੱਕ ਸਕ੍ਰਿਪਟ, ਜਿਹੜੀ ਇਹਦੀ ਲੈਂਗੁਏਜ ਸੀਗੀ, ਮਤਲਬ ਜਿਹੜੇ ਤੋਂ ਲਿਖਤਾਂ ਕੁਛ ਮਿਲੀਆਂ ਨੇ ਆਪਾਂ ਨੂੰ, ਉਹ ਕਿਹੜੀ ਸੀਗੀ? ਪਿਕਟੋਗ੍ਰਾਫੀ ਇਨ ਨੇਚਰ, ਮਤਲਬ ਫੋਟੋਆਂ ਦੇ ਸ਼ੇਪ ਦੇ ਵਿੱਚ ਉਹ ਬਣੀ ਹੋਈ ਹੈ। ਠੀਕ ਹੈ, ਇਹ ਕੀ ਸੀ? ਰਾਈਟ ਟੂ ਲੈਫਟ, ਜਿਹੜੀ ਪਹਿਲੀ ਲਾਈਨ ਹੈ ਉਹਦੀ ਰਾਈਟ ਤੋਂ ਲੈਫਟ, ਜਾਣੀ ਕਿ ਸੱਜਿਓਂ ਖੱਬੇ ਲਿਖੀ ਗਈ ਹੈ। ਦੂਸਰੀ ਲਾਈਨ ਖੱਬਿਓਂ ਸੱਜੇ, ਇਹ ਉਲਟ ਲਿਖੀ ਹੋਈ ਹੈ ਆਪਣੀ ਭਾਸ਼ਾ ਦੇ ਨਾਲੋਂ। ਰਾਈਟ ਤੋਂ ਲੈ ਕੇ ਲੈਫਟ ਲਿਖਦੇ ਨੇ ਪਹਿਲੀ ਲਾਈਨ, ਦੂਸਰੀ ਲਾਈਨ ਲੈਫਟ ਤੋਂ ਰਾਈਟ। ਇਹ ਅੱਜ ਤੱਕ ਪੜ੍ਹੀ ਨਹੀਂ ਗਈ। ਠੀਕ ਹੈ, ਇਹ ਅੱਜ ਤੱਕ ਕਿਸੇ ਤੋਂ ਵੀ ਨਹੀਂ ਪੜ੍ਹੀ ਗਈ, ਇਹ ਤੁਸੀਂ ਧਿਆਨ 'ਚ ਰੱਖਣਾ। ਅਤੇ ਇਸ ਸਟਾਈਲ ਨੂੰ ਕੀ ਕਹਿੰਦੇ ਆ? ਬੋਸੈਟਰੋਫਿਡਨ ਇੰਗਲਿਸ਼ ਨਾਮ ਆ, ਥੋੜ੍ਹਾ ਲੈਣ ਦੇ ਵਿੱਚ ਬੋਲਣ ਦੇ ਵਿੱਚ ਹੁੰਦਾ, ਤਾਂ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਬੋਸੈਟਰੋਫਿਡਨ ਇਹ ਪੁੱਛ ਲੈਂਦੇ ਪੇਪਰ 'ਚ, ਉਹਨੂੰ ਕੀ ਕਿਹਾ ਜਾਂਦਾ? ਜਿਹੜੀ ਲਿਪੀ ਤੱਕ ਪੜ੍ਹੀ ਨਾ ਗਈ ਆ, ਪਿਕਟੋਗ੍ਰਾਫੀ ਲਿਪੀ ਨੂੰ ਕੀ ਕਿਹਾ ਜਾਂਦਾ ਨਾ, ਤਾਂ ਤੁਸੀਂ ਧਿਆਨ 'ਚ ਰੱਖਣਾ। ਰਿਲੀਜਨ ਦੇ ਵਿੱਚ ਉਹਨਾਂ ਦਾ ਕੀ ਸਿਸਟਮ ਸੀਗਾ, ਜਾਣੀ ਕਿ ਕੀ ਸਿਸਟਮ, ਕਿਹਨੂੰ ਮੰਨਦੇ ਸੀਗੇ, ਕਿਵੇਂ ਸਿਸਟਮ ਸੀ ਨਾ? ਤਾਂ ਚੀਫ ਫੀਮੇਲ ਦੇਵੀ ਸੀਗੀ, ਜਿਹੜੀ ਉਹਨਾਂ ਦੀ ਮਦਰ ਗੋਡਨੈਸ ਸੀਗੀ। ਮੇਲ ਦੇ ਵਿੱਚ ਪਸ਼ੂਪਤੀ ਮਹਾਦੇਵਾ ਸੀਗਾ। ਵਰਸ਼ਿਪ ਟਰੀ ਨੂੰ ਵੀ ਉਹ ਮੰਨਦੇ ਸੀਗੇ। ਐਨੀਮਲ ਦੀ ਵੀ ਸੇਵਾ ਕਰਦੇ ਸੀ, ਜਿਵੇਂ ਟਰੀ ਦੇ ਵਿੱਚ ਪਿੱਪਲ ਆ ਗਿਆ, ਐਨੀਮਲ ਦੇ ਵਿੱਚ ਬੁੱਲ, ਵਿਰਡ, ਫਿਗਨਦੀਪ ਵਗੈਰਾ, ਇਹਨਾਂ ਦੀ ਸਾਰਿਆਂ ਦੀ ਉਹ ਜਿਹੜੀ ਪੂਜਾ ਕਰਦੇ ਸੀਗੇ। ਅਤੇ ਪਿੱਪਲ ਸੀਗੇ, ਲੋਕ ਸੀਗੇ ਭੂਤਾਂ ਪ੍ਰੇਤਾਂ ਦੇ ਵਿੱਚ ਜਾਂ ਗੈਵੀ ਸ਼ਕਤੀਆਂ ਦੇ ਵਿੱਚ ਜਿਹੜੇ ਉਹ ਵਿਸ਼ਵਾਸ ਕਰਦੇ ਸੀਗੇ, ਜਾਣੀ ਕਿ ਉਹ। ਠੀਕ ਹੈ, ਅਤੇ ਇਸ ਤੋਂ ਅੱਗੇ ਆਪਣਾ ਜੋ ਟਰੇਡ, ਉਹਨਾਂ ਦਾ ਟਰੇਡ ਕਿਵੇਂ ਚੱਲਦਾ ਸੀ? ਜ਼ਿਆਦਾਤਰ ਐਗਰੀਕਲਚਰ ਦਾ ਉਹਨਾਂ ਦਾ ਸਿਸਟਮ ਸੀਗਾ। ਐਗਰੀਕਲਚਰ ਸੀਗੀ, ਇੰਡਸਟਰੀ ਸੀਗੀ, ਬੀੜ ਬਣ ਕੇ ਬਣਾਉਣ ਦੀ ਫੈਕਟਰੀਆਂ ਵਗੈਰਾ ਦਾ ਫਰਸਟ ਹੁੰਦਾ ਸੀਗਾ, ਜਿਵੇਂ ਜੰਗਲੀ ਲੱਕੜੀ ਵਗੈਰਾ ਦਾ ਨਾ, ਉਹ ਚੀਜ਼ਾਂ 'ਤੇ ਜਿਹੜਾ ਇਹਨਾਂ ਦਾ ਵਪਾਰ ਵਗੈਰਾ ਆਪਸ ਦੇ ਵਿੱਚ ਚੱਲਦਾ ਰਹਿੰਦਾ ਸੀਗਾ। ਅਤੇ ਵਪਾਰ ਦੇ ਵਿੱਚ ਕੀ ਸੀਗਾ? ਬੱਟਾ ਸਿਸਟਮ ਸੀ, ਬਾਰਟਰ ਸਿਸਟਮ, ਜਿਹਨੂੰ ਬੱਟਾ ਸਿਸਟਮ ਕਹਿੰਦਾ। ਮਤਲਬ ਜੇ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੇਤੀ, ਉਹਦੇ ਬਦਲੇ ਮੈਂ ਤੁਹਾਨੂੰ ਕੋਈ ਚੀਜ਼ ਦੇਤੀ, ਇੱਦਾਂ ਸਿਸਟਮ ਚੱਲਦਾ ਸੀਗਾ। ਵੈਸੇ ਹੁਣ ਸੀਲਸ, ਮੋਹਰਾਂ ਵਗੈਰਾ ਵੀ ਉੱਥੋਂ ਮਿਲੀਆਂ ਨੇ, ਪਰ ਬਾਰਟਰ ਸਿਸਟਮ ਜ਼ਿਆਦਾ ਉਹਦੇ ਵਿੱਚ ਜਿਹੜਾ ਉਹ ਚੱਲਦਾ ਸੀਗਾ। ਵੇਟ ਮੈਜ਼ਰਮੈਂਟ ਦੇ ਲਈ ਤਾਂ ਇਹਨਾਂ ਲਵੇ ਕੀ ਸੀਗਾ? ਇੱਕ 16 ਡੈਸੀਮਲਸ, ਮਲਟੀਪਲ ਆਫ 16 ਡੈਸੀਮਲ ਸਿਸਟਮ ਜਿਹੜਾ ਉਹ ਚੱਲਦਾ ਸੀ। ਪੇਪਰ ਕੁਐਸਚਨ ਆਉਂਦਾ ਕਿੰਨੇ ਡੈਸੀਮਲ ਦਾ ਸੀਗਾ? ਉਹ 16 ਡੈਸੀਮਲ ਸਿਸਟਮ ਦਾ ਜਿਹੜਾ ਉਹਨਾਂ ਨੇ ਸਿਸਟਮ ਦਾ ਵੇਟ ਵਗੈਰਾ ਮੈਜ਼ਰਮੈਂਟ ਦੇ ਲਈ ਉਹ ਵਰਤਦੇ ਸੀਗੇ। ਮਲਟੀਪਲ ਆਫ 16 ਡੈਸੀਮਲਸ। ਆਕੂਪੇਸ਼ਨ ਉਹਨਾਂ ਦਾ ਕਿੱਤਾ ਕੀ ਸੀ? ਕਿੱਤਾ ਮੇਨ ਉਹਨਾਂ ਦਾ ਐਗਰੀਕਲਚਰ ਸੀਗਾ, ਮੇਨ ਕਿੱਤਾ ਐਗਰੀਕਲਚਰ। ਇਸ ਸਿਵਲਾਈਜੇਸ਼ਨ ਦੇ ਲੋਕਾਂ ਦਾ ਕਣਕ, ਬਾਰਲੇ, ਜੌਂ ਵਗੈਰਾ, ਡੇਟਸ, ਪੀਜ਼, ਮਟਰ ਵਗੈਰਾ, ਮਸਟਰਡ, ਸਰੋਂ, ਮਿਲਟ, ਰੱਗੀ ਵਗੈਰਾ ਸਾਰੀਆਂ ਚੀਜ਼ਾਂ ਇਹ ਬੀਜਦੇ ਸੀਗੇ। ਠੀਕ ਹੈ, ਖੇਤੀ ਕਰਦੇ ਸੀ ਇਹਨਾਂ ਚੀਜ਼ਾਂ ਦੀ। ਅਤੇ ਕਾਟਨ, ਕਪਾਹ,
ਕਪਾਹ ਵੀ ਬੀਜਦੇ ਸੀਗੇ। ਸਭ ਤੋਂ ਪਹਿਲਾਂ ਇਹਨਾਂ ਨੇ ਕਪਾਹ ਬੀਜੀ, ਜਿਹਨੂੰ ਸਿੰਧੋਨ ਕਿਹਾ ਜਾਂਦਾ, ਸਿੰਧੋਨ ਇਹਨੂੰ ਕਿਹਾ ਜਾਂਦਾ ਗਾ। ਇਹਦੀ ਜਿਹੜੀ ਇਕੋਨਮੀ ਸੀਗੀ ਇੰਡਸ ਸਿਵਲਾਈਜੇਸ਼ਨ ਦੀ, ਐਨੀਮਲ ਹਸਬੈਂਡਰੀ 'ਤੇ ਵੀ ਡਿਪੈਂਡ ਸੀਗੀ, ਯਾਨੀ ਕਿ ਪਸ਼ੂ ਵੀ ਰੱਖਦੇ ਸੀਗੇ ਇਹ, ਠੀਕ ਹੈ, ਉਹ 'ਤੇ ਵੀ ਡਿਪੈਂਡ ਸੀਗੀ ਇਹਨਾਂ ਦੀ ਇਕੋਨਮੀ। ਟਾਊਨ ਪਲੈਨਿੰਗ ਇਹਨਾਂ ਦੀ ਬਹੁਤ ਕਮਾਲ ਦੀ ਸੀਗੀ, ਕਿਉਂਕਿ ਸ਼ਹਿਰੀ ਸੱਭਿਅਤਾ ਹੈ, ਠੀਕ ਹੈ। ਸ਼ਹਿਰੀ ਸੱਭਿਅਤਾ ਹੋਣ ਕਰਕੇ ਇਹਨਾਂ ਦਾ ਜਿਹੜਾ ਸਿਸਟਮ ਬਣਿਆ ਸੀ, ਗ੍ਰਿਡ ਸਿਸਟਮ ਬਣਿਆ ਹੋਇਆ ਸੀਗਾ। ਸਟਰੀਟ ਕਟਿੰਗ ਅਕਰੋਸ ਵਨ ਅਨਦਰ ਐਟ ਰਾਈਟ ਐਂਗਲਸ, ਗਲੀਆਂ ਸੜਕਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਸੀਗੀਆਂ, ਰਾਈਟ ਐਂਗਲ ਯਾਨੀ ਕਿ 90 ਡਿਗਰੀ ਐਂਗਲ 'ਤੇ ਕੱਟਦੀਆਂ ਸੀਗੀਆਂ। ਅਤੇ ਟਾਊਨ ਨੂੰ ਡਿਵਾਈਡ ਕੀਤਾ ਸੀਗਾ 2 ਪਾਰਟਾਂ ਦੇ ਵਿੱਚ, 2 ਭਾਗਾਂ ਦੇ ਵਿੱਚ ਟਾਊਨ ਵੰਡੇ ਹੋਏ ਸੀਗੇ। ਅੰਡਰਗਰਾਊਂਡ ਡਰੇਨੇਜ ਸਿਸਟਮ ਸੀਗਾ, ਯਾਨੀ ਕਿ ਪਾਣੀ ਦਾ ਸਿਸਟਮ ਜਿਹੜਾ ਗੰਦੇ ਪਾਣੀ ਦਾ, ਉਹ ਉਹਨਾਂ ਨੇ ਵਧੀਆ ਬਣਾਇਆ ਹੋਇਆ ਸੀਗਾ। ਨਾਲੀਆਂ ਬਣੀਆਂ ਹੋਈਆਂ ਸੀਗੀਆਂ ਪੱਕੀਆਂ, ਉੱਪਰ ਪੱਥਰ ਦੇ ਨਾਲ ਉਹ ਢੱਕੀਆਂ ਹੁੰਦੀਆਂ ਸੀਗੀਆਂ। ਹਾਊਸ ਵਾਰ ਬਿਲਟ ਫਰੋਮ, ਪੱਕੀਆਂ ਇੱਟਾਂ ਦੇ ਘਰ ਬਣੇ ਹੋਏ ਸੀਗੇ ਇਹਨਾਂ ਦੇ, ਪੱਕੇ ਘਰ ਬਣੇ ਹੋਏ ਸੀਗੇ ਵਧੀਆ। ਅਤੇ ਸ਼ਹਿਰੀ ਸੱਭਿਅਤਾ ਇਸ ਲਈ ਇਹਨਾਂ ਨੂੰ ਕਿਹਾ ਜਾਂਦਾ ਗਾ। ਪੱਕੀਆਂ ਇੱਟਾਂ ਦੇ ਘਰ, ਪੱਕੀਆਂ ਨਾਲੀਆਂ, ਪਾਣੀ ਦਾ ਸਿਸਟਮ ਬਹੁਤ ਵਧੀਆ ਸੀਗਾ, ਵੇਸਟ ਵਗੈਰਾ ਦਾ ਇਹਨਾਂ ਦਾ ਸਭ ਸਿਸਟਮ ਬਹੁਤ ਵਧੀਆ ਬਣਿਆ ਹੋਇਆ ਸੀਗਾ। ਸ਼ਹਿਰੀ ਸੱਭਿਅਤਾ ਸੀਗੀ ਇੱਕ। ਪੋਲੀਟੀਕਲ ਇਹਨਾਂ ਦਾ ਕੋਈ ਸਿਸਟਮ ਨਹੀਂ ਸੀਗਾ, ਕੋਈ ਲੀਡਰ ਨਹੀਂ ਸੀਗਾ, ਸਾਰਿਆਂ ਨੂੰ ਇਕੁਅਲ ਜਿਹੇ ਰਾਈਟਸ ਮਿਲਦੇ ਸੀਗੇ। ਜ਼ਿਆਦਾਤਰ ਦਬਦਬਾ ਉਂਝ ਕਿਹਾ ਜਾਂਦਾ ਕਿ ਜਿਹੜੀ ਟ੍ਰੇਡ ਕਲਾਸ ਹੈ, ਵਪਾਰੀ ਕਲਾਸ, ਉਹਨਾਂ ਦਾ ਦਬਦਬਾ ਜਿਹੜਾ ਹੈ ਉਹ ਰਹਿੰਦਾ ਸੀਗਾ। ਡਿਕਲੇਨ ਕਿਵੇਂ ਹੋਈ, ਯਾਨੀ ਕਿ ਇਹਦੀ ਖਤਮ ਕਿਵੇਂ ਹੋਈ, ਪਤਨ ਕਿਉਂ ਹੋਇਆ ਇਹਦਾ ਚੀਜ਼ ਦਾ? 1920 ਦੇ ਲਗਭਗ ਜਾ ਕੇ ਇਹਦਾ ਜਿਹੜਾ ਕਹਿੰਦੇ ਪਤਨ ਹੋਇਆ। ਬੁੱਕਸ 'ਤੇ ਅਲੱਗ-ਅਲੱਗ ਲਿਖਿਆ ਹੋਇਆ ਹਰ ਇੱਕ ਦਾ, ਅਤੇ ਕੋਈ ਦਾ ਐਗਜ਼ੈਕਟ ਰੀਜ਼ਨ ਨਹੀਂ ਮਿਲਿਆ ਅੱਜ ਤੱਕ। ਬਸ ਕੁਛ ਡਿਫਰੈਂਟ, ਜੇ ਕਿਸੇ ਦੇ ਕੁਛ ਵਿਊ ਨੇ, ਕਿਸੇ ਦੇ ਕੁਛ ਵਿਊ ਨੇ, ਤਾਂ ਉਹ ਅਲੱਗ-ਅਲੱਗ ਹੈ। ਕੋਈ ਕਹਿੰਦਾ ਐਪੀਡਰਮਿਸ, ਕੋਈ ਬਿਮਾਰੀ ਵਗੈਰਾ, ਜਾਂ ਕੋਈ ਬਿਮਾਰੀ ਫੈਲੀ ਜਿਵੇਂ ਕਰੋਨਾ ਵਗੈਰਾ, ਇੱਦਾਂ ਦੀਆਂ ਕੋਈ ਬਿਮਾਰੀਆਂ ਫੈਲੀਆਂ ਉਹਦੇ ਕਰਕੇ ਹੋ, ਜਾਂ ਕਲਾਈਮੇਟ ਚੇਂਜ ਜਾਂ ਮੌਸਮ 'ਚ ਬਦਲਾਅ ਆ ਗਿਆ ਉਹਦੇ ਕਰਕੇ, ਜਾਂ ਫਲੱਡ ਵਗੈਰਾ ਆ ਗਏ, ਨਦੀਆਂ 'ਚ ਹੜ੍ਹ ਵਗੈਰਾ ਆ ਗਏ, ਉਹਦੇ ਕਰਕੇ ਇਹਨਾਂ ਦਾ ਹੋ ਗਿਆ। ਹਰੇਕ ਦੇ ਡਿਫਰੈਂਟ ਵਿਚਾਰ ਨੇ ਇਸ ਤਰੀਕੇ ਲਈ। ਹਲੇ ਕੋਈ ਐਗਜ਼ੈਕਟ ਕਾਰਨ ਦਾ ਜਿਹੜਾ ਉਹ ਨਹੀਂ ਪਤਾ ਲੱਗ ਸਕਿਆ ਕਿ ਕਿਉਂ ਡਿਕਲੇਨ ਹੋਈ, ਕਿਉਂ ਪਤਨ ਹੋਇਆ ਇਹਦਾ। ਅਤੇ ਕੁਛ ਇੰਟਰਸਟਿੰਗ ਫੈਕਟ ਨੇ ਇਹਦੇ, ਇਸ ਸਿਵਲਾਈਜੇਸ਼ਨ ਦੇ, ਠੀਕ ਹੈ। ਇਹਨਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਆਇਰਨ ਦਾ ਬਿਲਕੁਲ ਗਿਆਨ ਨਹੀਂ ਸੀ, ਲੋਹੇ ਦਾ ਪੂਰਾ ਵੀ ਗਿਆਨ ਨਹੀਂ ਸੀ, ਉਹਨਾਂ ਨੂੰ ਪਤਾ ਨਹੀਂ ਸੀ ਵੀ ਲੋਹਾ ਯੂਜ਼ ਹੁੰਦਾ। ਜ਼ਿਆਦਾਤਰ ਇਹ ਬਰਾਊਨ ਜੀ ਯੂਜ਼ ਕਰਦੇ ਸੀਗੇ, ਠੀਕ ਹੈ। ਸ਼ੂਗਰ ਕੇਨ ਦੀ ਫਸਲ ਬਾਰੇ ਇਹਨਾਂ ਨੂੰ ਨਹੀਂ ਪਤਾ ਸੀਗਾ ਬਿਲਕੁਲ ਵੀ। ਲਾਈਨ ਬਾਰੇ ਨਹੀਂ ਪਤਾ ਸੀਗਾ ਇਹਨਾਂ ਨੂੰ ਵੀ ਲਾਈਨ ਹੁੰਦਾ। ਤਾਂ ਅੱਜ ਲਈ ਇੰਨਾ ਹੀ, ਤੁਸੀਂ ਆਪਣੀ ਤਿਆਰੀ ਕਰਦੇ ਰਹੋ। ਕੱਲ੍ਹ ਨੂੰ ਇਹਨਾਂ ਦੇ MCQs ਜਿਹੜੇ ਉਹ ਆਪਾਂ ਕਰਵਾਵਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ, ਜੁੜੇ ਰਹੋ, ਥੈਂਕ ਯੂ।